ਲਓ ਜੀ ਦੋਸਤੋ, ਅੱਜ ਦੀ ਕਹਾਣੀ ਆ ਵੀਨਾ ਵਰਮਾ ਹੋਣਾ ਦੀ ਬਨਵਾਸ। ਮੇਰੀ ਵਾਪਸੀ ਤੇ ਤੂੰ ਇੰਨੀ ਉਦਾਸ ਕਿਉਂ ਸੀਗੀ ਮਾਂ? ਕਿਉਂ ਰੋਈ ਸੀ ਮੇਰੇ ਗਲ ਲੱਗ ਕੇ? ਤੇ ਮੈਨੂੰ ਬਾਰ-ਬਾਰ ਕਿਹਾ ਸੀ ਕਿ ਵਾਪਸ ਨਾ ਜਾਈਂ ਧੀਏ, ਨਾ ਜਾਈਂ ਵਾਪਸ। ਆਪਣੇ ਘਰੇ ਭਲਾ ਕਾਹਦੀ ਕਮੀ ਆ? ਕੀ ਕਰਨ ਜਾਣਾ ਤੂੰ ਉੱਥੇ ਹੁਣ? ਇੱਥੇ ਤਾਂ ਕੁੱਤੇ ਵੀ ਖਾ ਖਾ ਰੱਜਦੇ ਆ, ਤੂੰ ਪ੍ਰਦੇਸਾਂ 'ਚ ਇਕੱਲੀ ਕਾਹਰੀ ਐਵੇਂ ਹੀ ਮਜ਼ਦੂਰੀਆਂ ਕਰਦੀ ਫਿਰਦੀ ਆ। ਨਾ ਜਾ, ਨਾ ਜਾ ਮੇਰਾ ਪੁੱਤ, ਹੁਣ ਨਾ ਜਾਈਂ ਵਾਪਸ ਬਸ। ਮੈਂ ਕੀ ਕਰਾਂ ਹਵੇਲੀਆਂ ਦਾ, ਜਦੋਂ ਮੇਰੀ ਜਵਾਨ ਜਹਾਨ ਧੀ ਬਨਵਾਸ ਕੱਟਦੀ ਫਿਰਦੀ ਹੈ? ਕੀ ਕਰਨਾ ਇਹਨਾਂ ਹਵੇਲੀਆਂ ਦਾ? ਐਡੇ ਐਡੇ ਮਹਿਲ ਬਣਾ ਰਹਿੰਦੇ, ਕੀ ਲੈਣਾ ਮੈਂ ਇਹਨਾਂ ਤੋਂ, ਜਦੋਂ ਮੇਰੀ ਧੀ 12-12 14-14 16-16 ਘੰਟੇ ਕੰਮ ਕਰਦੀ ਆ, 18-18 ਘੰਟੇ ਕੰਮ ਕਰਦੀ ਆ। ਇੱਥੋਂ ਤਾਂ ਉੱਥੇ ਵੀ ਰੱਜ ਰੱਜ ਨਿਕਲਦੇ ਆ, ਤੇ ਫਿਰ ਤੂੰ ਧਾ ਮਾਰ ਕੇ ਰੂਪੀ ਸੀ ਮਾਂ। ਪਰ ਮੈਂ ਚਾਹ ਕੇ ਵੀ ਤੈਨੂੰ ਚੁੱਪ ਨਹੀਂ ਕਰਵਾ ਸਕੀ। ਉਸ ਟਾਈਮ ਮੈਂ ਚਾਹੁੰਦੀ ਸੀ ਤੈਨੂੰ ਚੁੱਪ ਕਰਾਵਾਂ, ਪਰ ਕਰਵਾ ਨਹੀਂ ਸੀ ਸਕੀ। ਮੈਨੂੰ ਪਤਾ ਸੀ ਕਿ ਜੇ ਮੈਂ ਵੀ ਰੂਪੀ ਤਾਂ ਫਿਰ ਤੇਰਾ ਦਿਲ ਤਾਂ ਬਹੁਤਾ ਹੀ ਪਤਲਾ ਪੈ ਜਾਊ। 3600 ਬਿਮਾਰੀਆਂ ਤਾਂ ਪਹਿਲਾਂ ਹੀ ਖਾਧੀ ਪਈਆਂ ਤੂੰ। ਐਵੇਂ ਆਪਣਾ ਦੁੱਖ ਤੇਰੇ ਕੋਲ ਫੋਲ ਕੇ ਬਹਿ ਜਾਵਾਂ, ਕੋਈ ਹੋਰ ਬਿਮਾਰੀ ਸੇੜ ਲੇਂਗੀ। ਪਰ ਮੇਰੇ ਅੰਦਰ ਫੁੱਟਦੇ ਲਾਵੇ ਨੂੰ ਮੈਂ ਰੋਕ ਨਹੀਂ ਸੀ ਸਕੀ। ਉਹ ਲਾਵਾ ਅੱਖਰ ਬਣ ਕੇ ਵਗ ਤੁਰਿਆ। ਤੇਰਾ ਹੰਝੂਆਂ ਨਾਲ ਭਿੱਜਿਆ ਹੋਇਆ ਚਿਹਰਾ ਤੇ ਦਿਲ ਚੀਰਵੀਂ ਆਵਾਜ਼ ਹੁਣ ਵੀ ਮੇਰੇ ਸੀਨੇ 'ਚ ਚੁਭਦੀ ਆ। ਮੇਰੀ ਸੋਨੇ ਵਰਗੀ ਧੀ ਪੁੱਤਾਂ ਵਾਂਗੂ ਪਾਲੀ ਸੀ ਮੈਂ, ਕਿਵੇਂ ਰੁਲ ਗਈ। ਬਸ ਇੱਥੇ ਤਾਂ ਤੂੰ ਫਰਕ ਕਰ ਗਈ ਮਾਂ, ਇੱਥੇ ਫਰਕ ਕਰ ਗਈ ਤੂੰ। ਤੂੰ ਮੈਨੂੰ ਪੁੱਤਾਂ ਵਾਂਗੂ ਪਾਲਿਆ ਜ਼ਰੂਰ ਸੀ, ਪੜ੍ਹਾਇਆ ਲਿਖਾਇਆ ਵੀ ਸੀ, ਪਰਵਰਿਸ਼ ਵੀ ਕੀਤੀ, ਪਰ ਤੂੰ ਪੁੱਤ ਕਦੇ ਮੈਨੂੰ ਸਮਝਿਆ ਨਹੀਂ। ਜੇ ਤੂੰ ਮੈਨੂੰ ਪੁੱਤ ਸਮਝਦੀ ਤਾਂ ਆਹ ਦਿਨ ਨਾ ਤੈਨੂੰ ਦੇਖਣੇ ਪੈਂਦੇ ਤੇ ਨਾ ਮੈਨੂੰ ਦੇਖਣੇ ਪੈਂਦੇ। ਤੂੰ ਕੀ, ਮੈਂ ਹੁਣ ਐਵੇਂ ਤੈਨੂੰ ਕਹੀ ਜਾਵਾਂ, ਤੂੰ ਕੀ ਕੋਈ ਵੀ ਨਹੀਂ ਭੇਦ ਤਾਂ ਮਿਟਾ ਸਕਿਆ? ਐਵੇਂ ਹੀ ਕਹੀ ਜਾਊ ਅਗਲਾ, ਨਹੀਂ ਨਹੀਂ ਇਹ ਮੇਰੀ ਧੀ ਨਹੀਂ, ਮੇਰਾ ਪੁੱਤ ਆ। ਇਹ ਭੇਦ ਮਿਟਾਉਣੇ ਮਾਂ ਬਹੁਤ ਔਖੇ ਆ। ਖਾਨੀ ਮੈਨੂੰ ਲੱਗਦਾ, ਕਿਉਂਕਿ ਮੈਂ ਭੁਗਤ ਰਹੀ ਹਾਂ, ਵੀ ਇਹ ਭੇਦ ਮਿਟਾਉਣੇ ਬਹੁਤ ਔਖੇ ਆ। ਮਿਟਦੇ ਵੀ ਹੋਣੇ ਆ, ਪਰ ਮੈਨੂੰ ਲੱਗਦਾ ਨਹੀਂ ਕੋਈ ਮਿਟਾ ਸਕਿਆ। ਔਰਤ ਤਾਂ ਹਮੇਸ਼ਾ ਔਰਤ ਹੀ ਰਹੀ ਆ, ਕਦੇ ਉਹਨੇ ਆਪਣਾ ਆਪ ਤਾਂ ਜੀ ਕੇ ਦੇਖਿਆ ਹੀ ਨਹੀਂਗਾ। ਤੇ ਇਸੇ ਔਰਤ ਪੁਣੇ ਦੀ ਮੈਂ ਸ਼ਿਕਾਰ ਹੋਈ। ਤੇਰੇ ਘਰ 'ਚ ਜਦੋਂ ਮੈਨੂੰ ਔਰਤ ਹੋਣ ਦੀ ਸਜ਼ਾ ਮਿਲੀ। ਗੱਲ ਤਾਂ ਕੁਝ ਵੀ ਨਹੀਂ ਸੀ ਮਾਂ, ਬਸ ਐਵੇਂ ਹੀ ਮੈਨੂੰ ਜ਼ੈਲਦਾਰਾਂ ਦੇ ਮੁੰਡਾ ਸੁਖਵਿੰਦਰ ਆ, ਉਹਦੇ ਨਾਲ ਥੋੜਾ ਤਿਉ ਹੋ ਗਿਆ, ਮੈਨੂੰ ਚੰਗਾ ਲੱਗਣ ਲੱਗ ਗਿਆ। ਹੋਰ ਤਾਂ ਕੋਈ ਗੱਲ ਨਹੀਂ ਸੀ। ਜਦੋਂ ਵੀ ਉਹ ਸ਼ਾਮ ਨੂੰ ਮੁੰਡਿਆਂ ਦੀ ਢਾਣੀ 'ਚ ਹਾਕੀ ਖੇਡਦਾ, ਪਰਤਦਾ, ਸਭ ਤੋਂ ਵੱਧ ਪਿਆਰਾ ਮੈਨੂੰ ਉਹ ਲੱਗਦਾ। ਉਂਝ ਤਾਂ ਸੋਹਣੀਆਂ ਅੱਖਾਂ, ਸੋਹਣੀ ਮੁਸਕਰਾਹਟ ਵਾਲੇ ਮੁੰਡੇ ਕਿਸੇ ਵੀ ਕੁੜੀ ਨੂੰ ਚੰਗੇ ਨਹੀਂ ਲੱਗਦੇ, ਕਿਉਂਕਿ ਉਹਨੂੰ ਲੱਗਦਾ ਕਿ ਜੇ ਮੈਂ ਇਹਨੂੰ ਇੱਕ ਵਾਰ ਦੇਖ ਲਿਆ ਤਾਂ ਇਹ ਸ਼ਾਇਦ ਮੈਨੂੰ ਤੰਗ ਕਰੂਗਾ। ਮਨੋ ਮਨ ਬੇਸ਼ੱਕ ਚੰਗੇ ਲੱਗਦੇ ਹੁਣ, ਉਹ ਬਾਹਰੋਂ ਵਿਖਾਵਾ ਨਹੀਂ ਕਰਦੀਆਂ। ਪਰ ਸੁਖਵਿੰਦਰ ਦੀ ਗੱਲ ਹੋਰ ਸੀਗੀ। ਉਹਦੀ ਮੁਸਕਾਨ ਬਹੁਤ ਕਮਾਲ ਸੀ। ਸੋਹਣਾ ਕੱਦ, ਸੋਹਣੇ ਦੰਦ, ਬਹੁਤ ਹੀ ਸੋਹਣੇ ਤਰੀਕੇ ਨਾਲ ਹਲਕੀ ਗੁਲਾਬੀ ਰੰਗ ਦੀ ਬੰਨੀ ਹੋਈ ਪੱਗ, ਜਿਵੇਂ ਉਹਦੇ ਰੰਗ ਨਾਲ ਹੀ ਮਿਲ ਜਾਂਦੀ ਸੀ। ਨੀਲੇ ਰੰਗ ਦੇ ਸਪੋਰਟ ਸ਼ੂ ਪਾ ਕੇ ਜਦੋਂ ਉਹ ਸੱਜੇ ਹੱਥ 'ਚ ਹਾਕੀ ਫੜ ਕੇ ਘਰ ਦੇ ਮੂਹਰੋਂ ਲੰਘਦਾ ਤਾਂ ਬਦੋ ਬਦੀ ਮੇਰੇ ਵੱਲ ਦੇਖਦਾ, ਤੇ ਮੇਰੇ ਪੈਰ ਆ ਜਿਹੜੇ ਉਹ ਗਲੀ ਵੱਲ ਨੂੰ ਹੋ ਤੁਰਦੇ। ਕਦੇ ਮੈਂ ਕੂੜਾ ਸੁੱਟਣ ਦੇ ਬਹਾਨੇ, ਕਦੇ ਘਰ ਮੂਹਰੇ ਲੱਗੇ ਨਲਕੇ ਤੋਂ ਪਾਣੀ ਦੀ ਬਾਲਟੀ ਭਰਨ ਦੇ ਬਹਾਨੇ, ਜਾਂ ਫਿਰ ਮੈਂ ਪਖੰਡ ਕਰਦੀ ਆਨੀ ਬਹਾਨੀ ਗੁਆਂਢੀਆਂ ਦੇ ਘਰੋਂ ਦਾਲ ਪੁੱਛਣ ਚਲੇ ਜਾਂਦੀ। ਉਂਝ ਰੱਬ ਨਾਲ ਕਦੇ ਮੇਰਾ ਬਹੁਤਾ ਖਾਸ ਰਿਸ਼ਤਾ ਨਹੀਂ ਰਿਹਾ, ਪਰ ਜਦੋਂ ਤੋਂ ਸੁੱਖਾ ਚੰਗਾ ਲੱਗਦਾ ਸੀ, ਮੈਂ ਰੱਬ ਨੂੰ ਵੀ ਪੂਜਣ ਲੱਗੀ ਸੀ। ਪੂਜਣ ਤੋਂ ਮੇਰਾ ਭਾਵ ਕੋਈ ਜੋਤਾਂ ਜਗਾਉਣੀਆਂ ਨਹੀਂ ਸੀ, ਕੋਈ ਟੱਲ ਖੜਕਾਉਣੇ ਨਹੀਂ ਸੀ। ਬਸ ਐਵੇਂ ਹੀ ਜਦੋਂ ਸੁੱਖ ਦੇ ਆਉਣ ਦਾ ਟਾਈਮ ਹੋਣਾ ਤਾਂ ਮੈਂ ਵੀ ਗੁਰੂ ਘਰ ਜਾਣਾ ਆਰੰਭ ਕਰਤਾ। ਕੀ ਦੱਸਾਂ ਮਾਂ, ਰਾਹ 'ਚ ਆਉਂਦੇ ਜਾਂਦਿਆਂ ਉਹ ਆਪਣੀ ਜਾਦੂ ਵਰਗੀ ਮੁਸਕਾਨ ਸੁੱਟਦਾ ਤੇ ਆਪਣੇ ਸੋਹਣੇ ਨੈਣਾਂ ਦੇ ਵਸ਼ੀਕਰਨ ਨਾਲ ਮੇਰੀ ਰੂਹ ਕੱਢ ਕੇ ਲੈ ਜਾਂਦਾ। ਸਰੋਂ ਦੇ ਤਾਜ਼ਾ ਖਿੜੇ ਫੁੱਲਾਂ ਵਾਂਗ ਮੇਰੇ ਖਿੜੇ ਚਿਹਰੇ ਨੂੰ ਦੇਖ ਕੇ
ਆਂਢਣਾ ਗੁਆਂਢਣਾ ਮੇਰੀਆਂ ਪੈੜਾਂ ਗਿਣਦੀਆਂ ਤੇ ਮੇਰੇ ਜਮਾਤੀ ਤੇ ਸਹੇਲੀਆਂ ਮੇਰੇ ਮੂੰਹ ਤੇ ਸੁੱਖੇ ਦਾ ਨਾਂ ਪੜ੍ਹਨ ਦੀ ਕੋਸ਼ਿਸ਼ ਕਰਦੇ। ਆਪਸ ਵਿੱਚ ਕਦੇ ਅਸੀਂ ਗੱਲ ਤੱਕ ਨਹੀਂ ਸੀ ਕੀਤੀ। ਮੈਂ ਸੁੱਖੇ ਨੂੰ ਕਦੇ ਬੁਲਾ ਕੇ ਨਹੀਂ ਸੀ ਦੇਖਿਆ, ਨਾ ਕਦੇ ਉਹਨੇ ਮੈਨੂੰ ਬੁਲਾਇਆ ਸੀ, ਨਾ ਕੋਈ ਮਾੜੀ ਹਰਕਤ ਉਹਨੇ ਕੀਤੀ ਸੀ। ਪਰ ਸਾਡੀ ਝਾਕਣੀ ਦੇ ਵਿੱਚ ਇੱਕ ਤਿਉ ਸੀ, ਇੱਕ ਪਾਕ ਤਿਉ, ਇੱਕ ਪਾਕ ਮੁਹੱਬਤ ਝਲਕਦੀ ਸੀ। ਹਿੰਮਤ ਨਹੀਂ ਸੀ ਪੈਂਦੀ ਦੋਵਾਂ ਦੀ ਕਿ ਕੋਈ ਗੱਲ ਕਰ ਸਕੀਏ। ਜਦੋਂ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼ਰਮ ਨਾਲ ਜ਼ੁਬਾਨ ਨੂੰ ਜਿੰਦਰਾ ਲੱਗ ਜਾਂਦਾ ਸੀ। ਇਹਨਾਂ ਜਖਨ ਤੱਕਾਂ ਦੇ ਵਿੱਚ ਇੱਕ ਸ਼ਾਮ ਸੀ, ਜਦੋਂ ਮੈਂ ਬਾਹਰ ਘਰ ਦੇ ਮੂਹਰੇ ਬੈਠੀ ਪੱਥਰ ਦੇ ਕੋਇਲੇ ਦੀ ਅੰਗੀਠੀ ਭਖਾ ਰਹੀ ਸੀ ਤਾਂ ਸੁੱਖਾ ਦੂਰੋਂ ਮੁੰਡਿਆਂ ਦੀ ਢਾਣੀ 'ਚ ਆਉਂਦਾ ਦਿਖਾਈ ਦਿੱਤਾ। ਉਹਨੂੰ ਦੇਖਦੇ ਹੀ ਮੇਰੇ ਹੱਥ ਪੈਰ ਕੰਬਣ ਲੱਗ ਪਏ ਤੇ ਦਿਲ ਦੀ ਧੜਕਣ ਆਪ ਮੁਹਾਰੇ ਤੇਜ਼ ਹੋ ਗਈ। ਮੈਂ ਚਾਹ ਕੇ ਵੀ ਉੱਠ ਨਾ ਸਕੀ। ਨੀਵੀਂ ਪਾਈ ਅੰਗੀਠੀ 'ਚੋਂ ਰਾਖ ਬਾਹਰ ਕੱਢਦੀ ਜਾਂ ਫਿਰ ਕੱਢਣ ਦਾ ਨਾਟਕ ਕਰਦੀ। ਸੁੱਖੇ ਨੇ ਕੋਲੋਂ ਲੰਘਦਿਆਂ ਇੱਕ ਕਾਗਜ਼ ਦਾ ਟੁਕੜਾ ਮੇਰੇ ਵੱਲ ਸੁੱਟਿਆ। ਮੈਂ ਕੰਬਦੇ ਹੱਥਾਂ ਨਾਲ ਕਾਗਜ਼ ਹਲੇ ਖੋਲ੍ਹਣ ਹੀ ਲੱਗੀ ਸੀ ਕਿ ਸਾਹਮਣਿਓਂ ਬਿਸ਼ਨੀ ਤਾਈ ਨੇ ਦੇਖ ਲਿਆ। ਮੈਂ ਤਾਂ ਉੱਥੇ ਹੀ ਕਾਠ ਹੋ ਗਈ ਤੇ ਡਰਦੀ ਮਾਰੀ ਨੇ ਉਹ ਕਾਗਜ਼ ਦਾ ਟੁਕੜਾ ਖੋਲ੍ਹ ਕੇ ਵੀ ਨਹੀਂ ਦੇਖਿਆ ਤੇ ਉਸੇ ਬਲਦੀ ਅੰਗੀਠੀ ਦੇ ਵਿੱਚ ਸੁੱਟਤਾ। ਮੇਰਾ ਪਹਿਲਾ ਤੇ ਆਖਰੀ ਸ਼ਾਇਦ ਪ੍ਰੇਮ ਪੱਤਰ ਸੀ ਉਹ, ਜਿਹਨੂੰ ਮੈਂ ਪੜ੍ਹ ਕੇ ਵੀ ਨਹੀਂ ਸੀ ਦੇਖਿਆ। ਪਤਾ ਨਹੀਂ ਉਹਦੇ ਵਿੱਚ ਕੀ ਉਹਨੇ ਲਿਖਿਆ ਹੋਣਾ, ਕੀ ਨਹੀਂ। ਮੇਰੀਆਂ ਅੱਖਾਂ ਸਾਹਮਣੇ ਮੇਰੇ ਅਰਮਾਨਾਂ ਨੂੰ ਸੜ ਕੇ ਸੁਆਹ ਹੋਣਾ ਪਿਆ। ਮੈਂ ਸੋਚਿਆ ਸੀ ਕਿ ਗੱਲ ਮੁੱਕ ਗਈ ਹੋਣੀ ਹੈ, ਪਰ ਇਹ ਤਾਂ ਸ਼ੁਰੂਆਤ ਸੀ। ਗੱਲ ਹਜੇ ਕਿੱਥੇ ਮੁੱਕੀ ਸੀ, ਇਹ ਤਾਂ ਸ਼ੁਰੂਆਤ ਸੀ। ਬਿਸ਼ਨੀ ਤਾਈ ਨੇ ਪੂਰੇ ਮੁਹੱਲੇ ਨੂੰ ਸਾਡੇ ਬਾਰੇ ਦੱਸਤਾ। ਰਾਤ ਪੈਣ ਤੱਕ ਗੱਲ ਤੇਰੇ ਕੋਲ ਪਹੁੰਚ ਗਈ ਮਾਂ, ਤੇ ਤੂੰ ਮੈਨੂੰ ਕਾਲਜੋਂ ਪੜ੍ਹ ਕੇ ਆਈ ਨੂੰ ਗੁੱਤੋਂ ਫੜ ਕੇ ਥੱਲੇ ਸੁੱਟ ਲਿਆ। ਇਹ ਜੈ ਵੱਡਿਆਂ ਦੀ ਏ ਹੈਂ, ਖਸਮਾ ਪਿੱਟੀ ਏ, ਤੂੰ ਜੰਮਦੀ ਕਿਉਂ ਨਹੀਂ ਮਰ ਗਈ? ਘੱਲੇ ਨਹੀਂ ਕਿਸੇ ਥਾਂ ਦੀ, ਕਰਦੇ ਕੀ ਆ ਇਹ? ਕੀ ਕੁਛ ਕਰਦੀ ਫਿਰਦੀ ਆ? ਕਿਵੇਂ ਮਿੱਟੀ ਪੱਟਣ ਲੱਗੀ ਆ ਸਾਡੀ? ਇਹੋ ਜਿਹੇ ਕਰੇ ਕਰਦੀ ਨੂੰ ਤੈਨੂੰ ਸ਼ਰਮ ਨਹੀਂ ਆਈ? ਤੇ ਮੈਂ ਹੱਕੀ ਬੱਕੀ ਤੇਰੇ ਮੂੰਹ ਵੱਲ ਦੇਖਦੀ ਰਹਿ ਗਈ। ਪਹਿਲੀ ਵਾਰ ਮੈਂ ਮਮਤਾ ਦੇ ਮੂੰਹੋਂ ਐਸੇ ਅਲਫਾਜ਼ ਸੁਣੇ ਸੀ। ਮਾਂ ਕੀ ਹੋਇਆ ਤੈਨੂੰ? ਮੈਂ ਕਿਤਾਬਾਂ ਵਿਹੜੇ 'ਚ ਸੁੱਟਤੀਆਂ। ਹਜੇ ਪੁੱਛਦੀ ਆ? ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ? ਮੈਨੂੰ ਤਾਂ ਧਰਤੀ ਵੇਲ ਨਹੀਂ ਦਿੰਦੀ ਜਦੋਂ ਮੈਨੂੰ ਪਤਾ ਲੱਗਾ। ਹਜੇ ਪੁੱਛਦੀ ਆ ਅਸੀਂ ਕਿ ਕੀ ਹੋਇਆ? ਕਿਹੜਾ ਸੀ ਭੜੂਆ ਉਹ ਚਿੱਠੀਆਂ ਸੱਟ ਜਾਂਦਾ ਜਿਹੜਾ ਗਰਕ ਜਾਣਾ? ਲੱਗਦਾ ਕੀ ਹੈ ਤੇਰਾ? ਨਹੀਂ ਤੈਨੂੰ ਇਸ ਵਾਸਤੇ ਪੜਾਇਆ ਤੇ ਤੂੰ ਖੇ ਪਾਉਂਦੀ ਫਿਰੇ ਸਾਡੇ? ਤੈਨੂੰ ਪੁੱਤਾਂ ਵਾਂਗੂ ਪਾਲਿਆ, ਤੈਨੂੰ ਹਰ ਤੇਰਾ ਚਾਅ ਪੂਰਾ ਕੀਤਾ, ਤੇ ਤੂੰ ਸਾਡੀ ਕਿਵੇਂ ਮਿੱਟੀ ਪੱਟਣ ਲੱਗੀ ਆ? ਕਿਵੇਂ ਚਿੱਠੀਆਂ ਲਿਖ ਲਿਖ ਸੜਦਾ? ਹੁਣ ਗੱਲ ਸਾਰੀ ਮੇਰੀ ਸਮਝ 'ਚ ਆ ਗਈ। ਉਸ ਵੇਲੇ ਮੈਂ ਤੈਨੂੰ ਠੰਡਿਆ ਕਰਨ ਦੀ ਕੋਸ਼ਿਸ਼ ਕੀਤੀ ਕਿ ਮਾਂ ਇਹੋ ਜਿਹੀ ਕੋਈ ਗੱਲ ਨਹੀਂ। ਫਿਰ ਕੀ ਹੋਇਆ ਮਾਂ? ਸੁੱਖਾ ਤਾਂ ਬੜਾ ਬੀਬਾ ਮੁੰਡਾ ਹੈ, ਚੰਗੇ ਕਰੈਕਟਰ ਦਾ, ਚੰਗੇ ਖਾਨਦਾਨ ਦਾ। ਮੈਂ ਤੈਨੂੰ ਹੀ ਦੱਸਣਾ ਸੀ ਮਾਂ ਕਿ ਤੁਸੀਂ ਉਹਦੇ ਘਰਦਿਆਂ ਨਾਲ ਗੱਲ ਕਰਦੇ, ਤੇ ਮਾਂ ਤੂੰ ਜਿਵੇਂ ਬਿਜਲੀ ਬਣ ਕੇ ਕੜਕਦੀ ਸੀ। ਅੱਛਾ ਗੱਲਾਂ ਇੱਥੋਂ ਤੱਕ ਵੱਧ ਗਈਆਂ? ਬੇਗੈਰ ਤੇ ਤੂੰ ਵਿਆਹ ਕਰਾਏਂਗੀ? ਬੇਸ਼ਰਮ ਕਿਸੇ ਥਾਂ ਦੀ ਉਹਦੇ ਨਾਲ ਵਿਆਹ ਕਰਾਏਂਗੀ? ਕਿਉਂ ਆਪਣੇ ਪਿਓ ਦੀ ਪੱਗ ਨੂੰ ਦਾਗ ਲਾਉਣ ਲੱਗੀ ਆ? ਡੁੱਬ ਕੇ ਮਰ ਜਾ, ਇਹ ਜੀ ਕਿਤੇ ਡੁੱਬ ਕੇ ਮਰ ਜਾ। ਉਹਦੇ ਤੇਰੇ ਪਿਓ ਨੂੰ ਵੱਢਦਿਆਂ ਤੇਰਾ ਫਾਹਾ ਮੈਂ। ਅੱਗ ਲੱਗੇ ਇਹੋ ਜੀ ਪੜ੍ਹਾਈ ਨੂੰ ਅਸੀਂ ਨਹੀਂ ਪੜਾਉਣੀ। ਤੇ ਫੇਰ ਮਾਂ ਉਹੀ ਹੋਇਆ ਸੀ ਜੋ ਤੂੰ ਚਾਹਿਆ ਸੀ। ਮਹੀਨੇ ਦੇ ਅੰਦਰ ਅੰਦਰ ਮੈਨੂੰ ਦੇਸ਼ ਨਿਕਾਲੇ ਦਾ ਹੁਕਮ ਹੋ ਗਿਆ ਤੇ ਮੈਂ ਮੋਢਿਆਂ ਤੇ ਆਪਣੀ ਲਾਸ਼ ਚੁੱਕੀ ਜਹਾਜ਼ ਚੜ੍ਹਿਆ ਈ। ਤੂੰ ਤਾਂ ਆਪਣਾ ਫਰਜ਼ ਪੂਰਾ ਕਰਤਾ ਸੀ ਮਾਂ, ਤੇ ਬਾਪੂ ਦੀ ਚਿੱਟੀ ਪੱਗ ਨੂੰ ਦਾਗ ਲੱਗਣ ਤੋਂ ਬਚਾ ਲਿਆ ਸੀ। ਪਰ ਜਿਸ ਮਹਾਰਥੀ ਨਾਲ ਤੂੰ ਬਾਪੂ ਦੀ ਪੱਗ ਤੋਂ ਦਾਗ ਲੱਗਣ ਲਈ ਬਚਾ ਕੇ ਮੈਨੂੰ ਤੋਰਿਆ ਸੀ, ਕੇਸਰ ਲਾਉਣ ਦਾ ਮਾਣ ਬਖਸ਼ਿਆ ਸੀ, ਤੇ ਜਿਸ ਨੂੰ ਤੂੰ ਖਾਨਦਾਨ ਦੇ ਸਿਰ ਦਾ ਸਿਹਰਾ ਬਣਾਇਆ ਸੀ, ਉਹਨੂੰ ਤਾਂ ਖਾਨਦਾਨ ਦੇ ਅਰਥ ਵੀ ਨਹੀਂ ਸੀ ਪਤਾ। ਸਾਰਾ ਦਿਨ ਉਹ ਗੋਰੀਆਂ ਕਾਲੀਆਂ ਦੇ ਨਾਲ ਖੇ ਖਾਂਦਾ, ਜਦੋਂ ਰਾਤ ਨੂੰ ਘਰੇ ਆਉਂਦਾ ਤਾਂ ਬਰਫ਼ ਦੀ ਸਿਲ ਮੰਗ ਡਿੱਗ ਪੈਂਦਾ। ਮੈਂ ਉਹਨੂੰ ਦੇਖਦੀ ਤੇ ਮੇਰੇ ਅੰਦਰਲੀ ਔਰਤ ਵੀ ਮਰ ਗਈ ਸੀ। ਸਵੇਰ ਤੋਂ ਸ਼ਾਮ ਤੱਕ ਕੰਮ ਕਰਕੇ ਜਦੋਂ ਮੈਂ ਸ਼ਾਮ ਨੂੰ ਥੱਕੀ ਹਾਰੀ ਘਰ ਮੁੜਦੀ ਤਾਂ ਜਿਵੇਂ ਖਾਨਦਾਨ ਦੀ ਇੱਜ਼ਤ ਦਾ ਬੋਝ ਮੇਰੇ ਮੋਢਿਆਂ ਤੇ ਮੇਰੀ ਆਪਣੀ ਲਾਸ਼ ਵਾਂਗ ਚੁੱਕਿਆ ਹੁੰਦਾ ਸੀਗਾ। ਫਿਰ ਪਤਾ ਹੀ ਨਹੀਂ ਲੱਗਿਆ ਕਦੋਂ ਇਹ ਜਦੋਜਹਿਦ ਦੇ ਵਿੱਚ ਮੈਂ ਖਤਮ ਹੋ ਗਈ। ਲੰਮੇ ਸਫ਼ਰ 'ਚ ਚੁੱਕੇ ਭਾਰੀ ਬੈਗ ਦੀ ਪੁਰਾਣੀ ਤੰਗੀਵਾਂ
ਮੇਰਾ ਵਿਆਹ ਅਚਾਨਕ ਟੁੱਟ ਗਿਆ, ਮੈਨੂੰ ਪਤਾ ਹੀ ਨਹੀਂ ਲੱਗਿਆ। ਇਹੋ ਜਿਹਾ ਵਿਆਹ ਨਿਭਾ ਕੇ ਕਰਨਾ ਵੀ ਕੀ ਸੀ, ਟੁੱਟਣਾ ਹੀ ਸੀ ਮਾਂ ਇੱਕ ਦਿਨ ਤਾਂ। ਪਰ ਤੇਰੀ ਸਹੁੰ ਮਾਂ, ਮੈਂ ਬਿਲਕੁਲ ਬੇਕਸੂਰ ਸੀ। ਮੈਂ ਕਦੇ ਨਹੀਂ ਸੀ ਚਾਹਿਆ ਕਿ ਮੈਂ ਤੁਹਾਨੂੰ ਇਹੋ ਜਿਹੀ ਖਬਰ ਸੁਣਾਵਾਂ। ਮੇਰਾ ਵਿਆਹ ਟੁੱਟੇ, ਕੌਣ ਚਾਹੁੰਦੀ ਹੈ ਕੁੜੀ ਕਿ ਉਹਦਾ ਵਿਆਹ ਟੁੱਟੇ? ਮੈਨੂੰ ਇਸ 'ਚ ਦੋਸ਼ ਨਾ ਦੇਵੀਂ ਮਾਂ। ਪਰ ਉਸ ਤੋਂ ਬਾਅਦ ਸ਼ੁਰੂ ਹੋ ਗਿਆ ਸੀ ਮੇਰੇ ਇਕੱਲੀ ਦਾ ਸਫ਼ਰ। ਮੈਂ ਕੰਮ ਦੀ ਤਲਾਸ਼ 'ਚ ਕਿੱਥੇ ਕਿੱਥੇ ਨਹੀਂ ਗਈ। ਦਫ਼ਤਰ, ਸਟੋਰ, ਸੁਪਰ ਸਟੋਰ, ਫੈਕਟਰੀਆਂ, ਦੁਕਾਨਾਂ, ਜਿੱਥੇ ਵੀ ਕੰਮ ਤੇ ਜਾਂਦੀ ਸੀ ਉੱਥੇ ਮੇਰੇ ਕੰਮ ਦੀ ਕਦਰ ਨਹੀਂ ਸੀ। ਕਦਰ ਸੀ ਤਾਂ ਮੇਰੇ ਔਰਤ ਹੋਣ ਦੀ, ਮੇਰੇ ਰੰਗ ਰੂਪ ਦੀ। ਪਤਾ ਨਹੀਂ ਕਿੰਨੀਆਂ ਕੁ ਨੌਕਰੀਆਂ ਮੈਂ ਇਸੇ ਕਰਕੇ ਛੱਡਦੀਆਂ ਸੀ। ਮੈਂ ਆਪਣੇ ਮਾਲਕ ਨਾਲ ਸਮਝੌਤਾ ਨਹੀਂ ਸੀ ਕਰ ਸਕੀ। ਮੈਂ ਆਪਣੇ ਆਪ ਨੂੰ ਵੇਚ ਨਹੀਂ ਸੀ ਸਕੀ ਮਾਂ। ਸ਼ਾਇਦ ਮੇਰਾ ਔਰਤ ਹੋਣਾ ਮੇਰੇ ਲਈ ਸਭ ਤੋਂ ਵੱਡਾ ਸ਼ਰਾਪ ਬਣਦਾ ਜਾ ਰਿਹਾ ਸੀ। ਪਤਾ ਨਹੀਂ ਕਿੰਨੀ ਵਾਰ ਮੈਂ ਬਾਪੂ ਦੀ ਪੱਗ ਨੂੰ ਦਾਗ ਲੱਗਣ ਤੋਂ ਬਚਾ ਲਿਆ ਸੀ ਮਾਂ, ਬਚਾ ਲਿਆ ਸੀ ਦਾਗ ਲੱਗਣ ਤੋਂ। ਹਰ ਬੰਦਾ ਮੇਰੇ ਬਾਪੂ ਦੀ ਪੱਗ ਦਾ ਦੁਸ਼ਮਣ ਬਣਿਆ ਫਿਰਦਾ ਸੀ। ਗੋਰੇ ਤਾਂ ਸਾਡੀਆਂ ਡਿਗਰੀਆਂ ਦੀ ਕੀਮਤ ਨਹੀਂ ਜਾਣਦੇ, ਅੱਡ ਗੱਲ ਆ, ਪਰ ਸਾਡੇ ਆਪਣੇ ਮੁਲਕ ਦੇ ਬੰਦੇ ਵੀ ਸਾਡੀ ਕਦਰ ਨਹੀਂ ਕਰਦੇ। ਇਹ ਕਿਹੋ ਜਿਹੀ ਸਥਿਤੀ ਹੈ? ਖੈਰ, ਮੈਂ ਤੈਨੂੰ ਇੱਕ ਛੋਟੀ ਜਿਹੀ ਘਟਨਾ ਦੱਸਦੀ ਹਾਂ ਮਾਂ। ਕਰਦਿਆਂ ਕਰਾਂਦਿਆਂ ਮੈਨੂੰ ਇੱਕ ਰਸਾਲੇ 'ਚ ਨੌਕਰੀ ਮਿਲ ਗਈ ਤੇ ਮੈਂ ਸੋਚਿਆ ਕਿ ਹੁਣ ਮੈਂ ਆਪਣੀ ਜ਼ਿੰਦਗੀ ਦੀ ਲੜਾਈ ਲੜ ਲੂੰ। ਹਜੇ ਹਫ਼ਤਾ ਵੀ ਨਹੀਂ ਸੀ ਹੋਇਆ ਕੰਮ ਕਰਦੀ ਨੂੰ ਮੈਨੂੰ ਕੰਮ ਤੋਂ ਜਵਾਬ ਮਿਲ ਗਿਆ। ਰਸਾਲੇ 'ਚ ਮੇਰੇ ਨਾਲ ਕੰਮ ਕਰਦੇ ਇਹ ਪੜ੍ਹੇ ਲਿਖੇ ਕਰਮਚਾਰੀ ਜਦੋਂ ਮੈਨੂੰ ਆਪਣੇ ਗੰਦੇ ਫਿਕਰਾਂ ਦਾ ਸ਼ਿਕਾਰ ਬਣਾਉਂਦੇ ਤਾਂ ਮੈਨੂੰ ਇਉਂ ਲੱਗਦਾ ਜਿਵੇਂ ਕੋਈ ਬਾਜ਼ਾਰੂ ਚੀਜ਼ ਹੋਵਾਂ ਮਾਂ। ਇੱਕ ਦਿਨ ਮੈਂ ਅਖਬਾਰ ਦੇ ਐਡੀਟਰ ਕੋਲ ਗਈ, ਇਹਨਾਂ ਦੀ ਸ਼ਿਕਾਇਤ ਕੀਤੀ ਤੇ ਉਹ ਖਚਰੀ ਜੀ ਹਾਸੀ ਹੱਸਦਾ ਕਹਿੰਦਾ, ਫਿਰ ਕੀ ਹੋਇਆ, ਤੂੰ ਜਵਾਨ ਕੁੜੀ ਐ, ਦੇਖ ਤੂੰ ਦੋ ਗੱਲਾਂ ਤੈਨੂੰ ਕਹਿ ਲੈਣ, ਤੈਨੂੰ ਕੀ ਫਰਕ ਪੈਂਦਾ? ਆਜ਼ਾਦ ਮੁਲਕ ਹੈ ਤਾਂ ਇੱਥੇ ਤੂੰ ਆਜ਼ਾਦ ਮੁਲਕ 'ਚ ਰਹਿਣੀ ਆ, ਇੰਜੋਏ ਕਰ ਜ਼ਿੰਦਗੀ ਨੂੰ। ਪਰ ਮੈਂ ਉਹਨਾਂ ਕੁੜੀਆਂ 'ਚੋਂ ਨਹੀਂ ਜਿਹੜੀਆਂ ਇੰਜ ਕਰਦੀਆਂ ਨੇ। ਮੈਂ ਨਹੀਂ ਇੰਜੋਏ ਕਰਨੀ ਇਹੋ ਜਿਹੀ ਜ਼ਿੰਦਗੀ। ਮੈਂ ਰੋਣ ਹਾਕੀ ਹੋਈ ਨੇ ਕਿਹਾ ਸੀ, ਮੈਂ ਕਿਸੇ ਚੰਗੇ ਖਾਨਦਾਨ ਨਾਲ ਸੰਬੰਧ ਰੱਖਦੀ ਹਾਂ ਤੇ ਮੇਰਾ ਕੋਈ ਕਰੈਕਟਰ ਆ। ਐਂ ਕਿਵੇਂ ਰੱਖਦੀ ਹੈ ਖਾਨਦਾਨ ਨਾਲ? ਕਰੈਕਟਰ ਆ ਇਹਨਾਂ ਦਾ। ਗੋਰਿਆਂ ਵੱਲ ਦੇਖ ਕਿਵੇਂ ਰਸੇ ਤੜਾਈ ਫਿਰਦੇ ਆ। ਇਉਂ ਨਹੀਂ ਕੁਛ ਹੁੰਦਾ। ਉਹ ਇਉਂ ਬੋਲਦਾ ਸੀ ਮੈਨੂੰ। ਬਸ ਮਾਂ, ਇਸੇ ਜਖੋ ਤੱਕੀ 'ਚ ਕਦੇ ਕਦੇ ਸੁਖਵਿੰਦਰ ਦਾ ਖਿਆਲ ਆ ਜਾਂਦਾ ਸੀ ਕਿ ਸ਼ਾਇਦ ਉਹ ਵੀ ਮੈਨੂੰ ਯਾਦ ਕਰਦਾ ਹੋਊ। 5 ਸਾਲਾਂ ਬਾਅਦ ਮੈਂ ਆਪਣੇ ਮੁਲਕ ਵਾਪਸ ਆਉਣ ਦਾ ਮਨ ਬਣਾਇਆ ਮਾਂ ਕਿ ਸ਼ਾਇਦ ਸੁੱਖੇ ਦਾ ਹਾਲੀ ਵਿਆਹ ਨਾ ਹੋਇਆ ਹੋਵੇ। ਸ਼ਾਇਦ ਉਹ ਹਜੇ ਵੀ ਗਲੀ 'ਚ ਗੇੜੇ ਮਾਰਦਾ ਹੋਵੇ ਤੇ ਮੇਰੇ ਵਾਂਗੂ ਉਹ ਵੀ ਕਲਾਕਾਰਾ ਹੋਵੇ। ਫਿਰ ਮੈਂ ਉਹਦਾ ਪਤਾ ਕਰਨ ਲਈ ਕਾਲਜ 'ਚ ਗਈ। ਕਾਲਜ ਦਾ ਸਭ ਕੁਝ ਬਦਲ ਚੁੱਕਿਆ ਸੀ। ਮੈਂ ਅਜਨਬੀਆਂ ਵਾਂਗੂ ਅੱਖਾਂ ਡੌਰ ਭੌਰ ਕਰੀ ਉੱਧਰ ਉਹਨੂੰ ਲੱਭ ਰਹੀ ਸੀ। ਪਿੱਛੋਂ ਕੋਈ ਜਾਣੀ ਪਹਿਚਾਣੀ ਆਵਾਜ਼ ਨੇ ਮੈਨੂੰ ਬੁਲਾਇਆ, ਆਸ਼ਾ ਤੂੰ ਇੱਥੇ? ਮੈਂ ਮੂੰਹ ਘੁਮਾ ਕੇ ਦੇਖਿਆ ਤਾਂ ਉਹ ਮੇਰੀ ਖਾਸ ਸਹੇਲੀ ਰਾਣੀ ਸੀ ਤੇ ਮੈਂ ਦੇਖਦੀ ਉਹਨੂੰ ਪਹਿਚਾਣ ਲਿਆ। ਸ਼ਾਇਦ ਇਹ ਉਸੇ ਕਾਲਜ 'ਚ ਲੈਕਚਰਰ ਲੱਗ ਗਈ ਸੀ। ਹੁਣ ਮੈਨੂੰ ਜਦੋਂ ਜੱਫੀ ਪਾ ਕੇ ਮਿਲੀ ਤਾਂ ਮੇਰੀਆਂ ਭੁੱਬਾਂ ਨਿਕਲ ਗਈਆਂ। 5 ਸਾਲਾਂ ਬਾਅਦ ਅਸੀਂ ਇਕੱਠੀਆਂ ਹੋਈਆਂ ਸੀ। ਆਸ਼ਾ ਤੈਨੂੰ ਯਾਦ ਆ ਆਪਣੇ ਨਾਲ ਇੱਕ ਸੋਹਣਾ ਜਿਹਾ ਮੁੰਡਾ ਪੜ੍ਹਦਾ ਹੁੰਦਾ ਸੀਗਾ, ਦਾੜੀ ਵਾਲਾ? ਕੌਣ? ਸੁਖਵਿੰਦਰ? ਹਾਂ ਹਾਂ ਸੁਖਵਿੰਦਰ। ਮੈਂ ਜਿਵੇਂ ਇਸੇ ਗੱਲ ਦੀ ਉਡੀਕ ਸੀ ਕਿ ਆਸ਼ਾ ਨੂੰ ਪਤਾ। ਆਸ਼ਾ ਕਿਵੇਂ ਆ ਉਹ, ਕਿੱਥੇ ਅੱਜ ਕੱਲ੍ਹ? ਉਹਨੂੰ ਕਿਤੇ ਮਿਲੀ ਆ? ਮੈਂ ਜਿਵੇਂ ਕਮਲੀ ਹੋ ਗਈ ਸੀ। ਮਿਲੀ ਤਾਂ ਮੈਂ ਕਿਤੇ ਨਹੀਂ ਉਹਨੂੰ, ਪਰ ਉਹ ਕਾਫੀ ਦਿਨ ਹੋ ਗਏ। ਇੱਕ ਵਾਰ ਖੁਦ ਕਾਲਜ ਆਇਆ ਸੀ। ਅੱਛਾ? ਮੈਂ ਜਿਵੇਂ ਬਹੁਤ ਕਾਹਲੀ 'ਚ ਪੁੱਛਿਆ। ਤੇਰੇ ਬਾਰੇ ਪੁੱਛਦਾ ਸੀ ਕਿ ਆਸ਼ਾ ਦਾ ਕੀ ਹਾਲ ਹੈ। ਫਿਰ ਤੂੰ ਕੀ ਕਿਹਾ? ਮੈਂ ਦੱਸਤਾ ਸੀ ਕਿ ਤੂੰ ਵਿਆਹ ਕਰਵਾ ਕੇ ਬਾਹਰ ਸੈਟਲ ਹੋ ਗਈ ਆ। ਉਹ ਫਿਰ ਚੁੱਪ ਕਰ ਗਿਆ। ਰਾਣੋ ਨੇ ਇਹ ਗੱਲ ਲਮਕਾ ਲਈ। ਸੈਟਲ? ਮੈਂ ਬਾਹਰ? ਰਾਣੋ ਤੂੰ ਮੈਨੂੰ ਗਲਤ ਨਾ ਸਮਝੀ ਪਲੀਜ਼। ਜੇ ਤੈਨੂੰ ਸੁੱਖਾ ਹੁਣ ਕਿਤੇ ਮਿਲੇ ਤਾਂ ਉਹਨੂੰ ਦੱਸਦੀ ਵੀ ਆਸ਼ਾ ਤੈਨੂੰ ਬਹੁਤ ਯਾਦ ਕਰਦੀ ਸੀ। ਉਹਨੂੰ ਮੇਰਾ ਐਡਰੈਸ ਦੇਵੀਂ ਤੇ ਕਹੀਂ ਮੈਨੂੰ ਜਿੰਨੇ ਮਰਜ਼ੀ ਖਤ ਲਿਖੇ ਹੁਣ ਮੈਨੂੰ ਕਿਸੇ ਦਾ ਡਰ ਨਹੀਂ। ਮੈਂ ਉਹਨੂੰ ਆਪਣੇ ਕੋਲ ਬੁਲਾ ਲੂੰਗੀ। ਹੁਣ ਮੈਂ ਆਜ਼ਾਦ ਮੁਲਕ 'ਚ ਰਹਿੰਦੀ ਹਾਂ ਰਾਣੋ। ਹੁਣ ਸਾਡੇ ਪਿਆਰ ਨੂੰ ਵੀ ਕਿਸੇ ਦਾ ਡਰ ਨਹੀਂ ਹੋਣਾ। ਮੈਂ ਧਰਮ ਤੇ ਜਾਤ ਦੀਆਂ ਦੀਵਾਰਾਂ ਤੋਂ ਉੱਪਰ ਉੱਠ ਚੁੱਕੀ ਹਾਂ। ਕਹਿੰਦੀ ਤਾਂ ਮੇਰਾ ਗਲਾ ਭਰ ਆਇਆ ਤੇ ਅਚਾਨਕ ਚੁੱਪ ਕਰ ਗਈ ਸੀ ਕਿਉਂਕਿ ਰਾਣੋ ਦੀਆਂ ਨਜ਼ਰਾਂ ਮੇਰੇ ਚਿਹਰੇ ਤੇ ਟਿਕੀਆਂ ਸੀਗੀਆਂ। ਮੈਂ ਸ਼ਾਇਦ ਜ਼ਿੰਦਗੀ 'ਚ ਅੱਜ ਪਹਿਲੀ ਵਾਰ ਆਪਣੇ ਪਿਆਰ ਦਾ ਇਕਰਾਰ ਕੀਤਾ ਸੀ। ਸੁੱਖਾ ਹੁਣ ਮੈਨੂੰ ਕਿੱਥੋਂ ਮਿਲਣਾ ਆਸ਼ਾ? ਜਦੋਂ ਉਹਨੇ ਕਿਹਾ ਨਾ ਵੀ ਜੇ ਤੈਨੂੰ ਹੁਣ ਸੁੱਖਾ ਮਿਲਿਆ, ਉਹ ਆਪਣੀ ਸਹੇਲੀ ਨੂੰ ਕਹਿੰਦੀ, ਆਸ਼ਾ ਹੁਣ ਨਹੀਂ ਮੈਨੂੰ ਸੁੱਖੇ ਨੇ ਮਿਲਣਾ ਨਾ। ਨਹੀਂ,
ਰਾਣੋ ਜਿਹੜੀ ਲੈਕਚਰਰ ਲੱਗੀ ਸੀ, ਕਹਿੰਦੀ ਹੁਣ ਮੈਨੂੰ ਸੁੱਖਾ ਕਿੱਥੋਂ ਮਿਲੂਗਾ, ਉਹ ਤਾਂ ਪੜ੍ਹਾਈ ਪੜ੍ਹੂਈ ਵਿੱਚੇ ਹੀ ਛੱਡ ਗਿਆ, ਨਾਲੇ ਸ਼ਰਾਬ ਬਹੁਤ ਪੀਣ ਲੱਗ ਗਿਆ ਸੀ, ਸ਼ਰਾਬ ਨਾਲ ਉਹਦੇ ਗੁਰਦੇ ਖਰਾਬ ਹੋ ਗਏ ਅਤੇ ਪਿਛਲੇ ਸਾਲ ਸ਼ਰਾਬੀ ਹਾਲਤ 'ਚ ਹੀ ਸੁੱਤਾ ਹੀ ਰਹਿ ਗਿਆ। ਰਾਣੋ ਨੇ ਜਿਵੇਂ ਮੇਰੇ ਸੀਨੇ 'ਤੇ ਕੋਈ ਪਹਾੜ ਸੱਟਤਾ, ਮੇਰੇ ਪੈਰ ਮਣ ਪੱਕੇ ਹੋ ਗਏ। ਮੈਂ ਰੋਈ ਨਹੀਂ ਸੀ ਅਤੇ ਰੋ ਵੀ ਨਹੀਂ ਸੀ ਸਕੀ। ਇੱਕ ਲਾਸ਼ ਕਿਸੇ ਦੀ ਮੌਤ 'ਤੇ ਕੀ ਰੋਊਗੀ। ਮੈਨੂੰ ਸਾਰਾ ਪਿੰਡ ਹੀ ਸ਼ਮਸ਼ਾਨ ਭੂਮੀ ਵਾਂਗੂ ਲੱਗਣ ਲੱਗ ਗਿਆ। ਹਰ ਗਲੀ ਮੁਹੱਲੇ 'ਤੇ ਸੁੱਖ ਦੀ ਕਬਰ ਸੀ। ਫਿਰ ਮੇਰਾ ਤੇਰੇ ਪਿੰਡ ਜੀ ਨਾ ਲੱਗਿਆ ਮਾਂ। ਮੈਂ ਵਾਪਸ ਆਉਣ ਦਾ ਫੈਸਲਾ ਕਰ ਲਿਆ ਸੀ। ਹੁਣ ਉੱਥੇ ਮੇਰੇ ਲਈ ਰਹਿ ਵੀ ਕੀ ਗਿਆ ਸੀ। ਇੱਕ ਯਾਦ ਸੀ ਜੋ ਅਮਰ ਹੋ ਗਈ ਸੀ, ਇੱਕ ਆਸ ਸੀ ਜੋ ਖਤਮ ਹੋ ਗਈ ਸੀ। ਤੂੰ ਮੇਰੇ ਗਲ ਲੱਗ ਕੇ ਰੋਈ ਸੀ ਮਾਂ, ਅਤੇ ਤੂੰ ਕਹਿੰਦੀ ਸੀ ਮੈਨੂੰ ਮਾਫ਼ ਕਰੀਂ ਧੀਏ, ਮੈਂ ਤੇਰੀ ਅਪਰਾਧਣਾ। ਨਹੀਂ ਮਾਂ, ਇਹ ਤਾਂ ਵਿਧਾਤਾ ਦੀਆਂ ਲਿਖੀਆਂ ਨੇ, ਕੌਣ ਢਾਲ ਸਕਦਾ। ਇਉਂ ਨਾ ਕਰ ਤੂੰ ਹੁਣ। ਠੀਕ ਹੈ ਮੈਂ ਮਾਂ, ਤੂੰ ਫਿਕਰ ਨਾ ਕਰ, ਤੇ ਮੇਰੇ ਵਾਪਸ ਜਾਣ ਦੀ ਤਿਆਰੀ ਕਰ ਦੇ। ਮੈਂ ਦਿਲ ਤੇ ਪੱਥਰ ਰੱਖ ਕੇ ਤੈਨੂੰ ਕਿਹਾ ਸੀ ਵਾਪਸੀ, ਪਰ ਤੂੰ ਜਾਣਾ ਕਿਹਦੇ ਕੋਲੇ ਪੁੱਤ, ਰਹਿਣ ਦੇ। ਤੂੰ ਹੈਰਾਨੀ ਨਾਲ ਮੈਨੂੰ ਕਿਹਾ ਸੀ ਕਿ ਤੂੰ ਕਰਨਾ ਕੀ ਹੈ ਜਾ ਕੇ ਉੱਥੇ, ਘਰ-ਬਾਰ ਤੇਰਾ ਟੁੱਟ ਗਿਆ। ਮੈਂ ਆਪਣੇ ਘਰੇ ਚਲੀ ਜਾਊਂ ਮਾਂ, ਨਾਲੇ ਨੌਕਰੀ ਵੀ ਤਾਂ ਕਰਨੀ ਹੈ, ਨੌਕਰੀ ਤੇ ਹਾਜ਼ਰ ਹੋਣਾ। ਮੈਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਤੂੰ ਕਿਹਾ ਸੀ ਘਰ ਤਾਂ ਪੁੱਤ ਘਰ ਵਾਲੇ ਨਾਲ ਹੁੰਦਾ, ਘਰ ਵਾਲੇ ਬਥੇਰੇ ਮਿਲ ਜਾਣਗੇ ਮਾਂ। ਮੈਂ ਜਿਵੇਂ ਖੂਹ ਚੋਂ ਬੋਲੀ ਸੀ, ਪਰ ਐਂ ਕਿਸੇ ਅਣਜਾਣ ਬੰਦੇ ਨਾਲ ਤੂੰ ਕਿਵੇਂ ਵਿਆਹ ਕਰਵਾ ਸੇਂਗੀ। ਇਉਂ ਨਹੀਂ ਪੁੱਤ, ਨਾ ਇਉਂ ਤੂੰ ਕਿਵੇਂ ਕਿਹਦੇ ਨਾਲ ਵਿਆਹ ਕਰਾ ਲੇਂਗੀ, ਕੋਈ ਸਜ਼ਾ ਥੋੜ੍ਹੋ ਕੱਟਣੀ ਆ। ਥੋੜ੍ਹਾ ਜਿਹਾ ਸੋਚ ਮੇਰਾ ਪੁੱਤ। ਤੂੰ ਨਾਲ ਦੀ ਨਾਲ ਮਾਂ ਰੋਈ ਵੀ ਜਾ ਰਹੀ ਸੀ, ਨਾਲ ਇਉਂ ਕਹਿ ਰਹੀ ਸੀ ਮੈਂ ਤਾਂ ਪਹਿਲਾਂ ਵੀ ਸਜ਼ਾ ਹੀ ਕੱਟੀ ਹੈ ਮਾਂ। ਮੈਂ ਪਹਿਲੇ ਨੂੰ ਕਿਹੜਾ ਜਾਣਦੀ ਸੀ ਜਿਹਦੇ ਲੜ ਲਾ ਕੇ ਤੁਸੀਂ ਮੈਨੂੰ ਭੇਜਤਾ ਸੀ। ਜਿਹਨੂੰ ਜਾਣਦੀ ਸੀ ਉਹਦੇ ਨਾਲ ਤਾਂ ਗੱਲ ਵੀ ਨਾ ਕਰ ਸਕੀ, ਨਾਲੇ ਆਪਣੇ ਖਾਨਦਾਨ ਦੀ ਇੱਜ਼ਤ ਦਾ ਵੀ ਤਾਂ ਖਿਆਲ ਰੱਖਣਾ ਸੀ ਮਾਂ। ਮੇਰੇ ਇੱਥੇ ਰਹਿਣ ਨਾਲ ਬਾਪੂ ਦੀ ਪੱਗ ਨੂੰ ਫੇਰ ਉਛਾਲਣਗੇ ਲੋਕ। ਮੇਰਾ ਦੂਰ ਰਹਿਣਾ ਠੀਕ ਆ ਮਾਂ, ਨਹੀਂ ਤਾਂ ਫੇਰ ਲੋਕ ਕਹਿਣਗੇ ਕਿ ਇਹਦੀ ਧੀ ਛੱਡਤੀ ਕਿਸੇ ਨੇ, ਇੱਥੇ ਆ ਕੇ ਪਿੰਡ 'ਚ ਰਹਿਣ ਲੱਗੀ ਹੈ। ਨਹੀਂ, ਮੈਂ ਬਾਪੂ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ ਮਾਂ। ਜੇ ਉਦੋਂ ਨਹੀਂ ਲੱਗਣ ਦਿੱਤਾ ਤੇ ਹੁਣ ਕਿਉਂ ਲੱਗਣ ਦੇਵਾਂ। ਤੇ ਫਿਰ ਮੈਂ ਆਪਣੀ ਵਾਪਸੀ ਦੀ ਟਿਕਟ ਬੁੱਕ ਕਰਵਾ ਲਈ ਸੀ ਮਾਂ, ਤੇ ਤੈਨੂੰ ਰੋਂਦੀ ਕਰਲਾਉਂਦੀ ਨੂੰ ਛੱਡ ਕੇ ਬਿਨਾਂ ਆਪਣੇ ਰਾਮ ਤੋਂ ਇਕੱਲੀ ਬਨਵਾਸ ਕੱਟਣ ਦੀ ਤਿਆਰੀ ਕਰ ਲਈ ਸੀ ਮਾਂ, ਤਿਆਰੀ ਕਰ ਲਈ ਸੀ।